ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਨਾਲ ਜੁੜੀਆਂ ਖਾਸ ਖਬਰਾਂ। ਸਭ ਤੋਂ ਪਹਿਲਾਂ ਸਿੱਧਾ ਰੁਖ ਕਿਸਾਨੀ ਅੰਦੋਲਨ ਦੇ ਵੱਲ ਕਰਦੇ ਹਾਂ। ਕਿਸਾਨ ਜਥੇਬੰਦੀਆਂ ਅਤੇ ਸਰਕਾਰ ਦੇ ਵਿਚਕਾਰ ਫਿਲਹਾਲ ਤੱਕ ਤੇ ਰੇੜਕਾ ਬਰਕਰਾਰ ਹੈ ਤੇ ਇਸੇ ਬਰਕਰਾਰ ਰੇੜਕੇ ਦੇ ਦਰਮਿਆਨ ਸੰਯੁਕਤ ਕਿਸਾਨ ਮੋਰਚੇ ਦੀ ਜਨਰਲ ਬਾਡੀ ਦੀ ਬੈਠਕ ਹੋਏਗਾ, ਜਿਸ ਦੇ ਵਿੱਚ ਸਾਰੇ ਕਿਸਾਨ ਆਗੂ ਮੌਜੂਦ ਰਹੇ ਨੇ ਤੇ ਇਸ ਬੈਠਕ ਦੇ ਵਿੱਚੋਂ ਖਾਸ ਅਹਿਮ ਐਲਾਨ ਕੀਤੇ ਗਏ ਨੇ। ਦੱਸ ਦਈਏ ਕਿ ਇਸ ਬੈਠਕ ਦੇ ਵਿੱਚੋਂ ਨਿਕਲੇ ਹੋਏ ਐਲਾਨਾਂ ਦੇ ਲਈ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਜਿਸ ਪ੍ਰੈਸ ਕਾਨਫਰੰਸ ਦੇ ਵਿੱਚ ਬਲਵੀਰ ਸਿੰਘ ਰਾਜੇਵਾਲ ਦੇ ਸਮੇਤ ਜੋਗਿੰਦਰ ਯਾਦਵ ਅਤੇ ਖਾਸ ਤੌਰ ਦੇ ਉੱਤੇ ਸਾਰੇ ਕਿਸਾਨ ਆਗੂ ਮੌਜੂਦ ਰਹੇ ਨੇ। ਕੀ ਖਾਸ ਐਲਾਨ ਨੇ ਜੋ ਕਿਸਾਨ ਆਗੂਆਂ ਨੇ ਕੀਤੇ ਨੇ, ਚੱਲਦੀਆਂ ਸਿੱਧਾ ਹੀ ਪ੍ਰੈਸ ਕਾਨਫਰੰਸ ਦੇ ਵੱਲ ਤੇ ਸੁਣਦੀਆਂ ਖਾਸ ਗੱਲਾਂ। ਦੋ ਪ੍ਰੋਗਰਾਮ ਖਾਸ ਤੌਰ ਤੇ ਅੱਜ ਤੈਅ ਹੋਏ ਆ। 6 ਤਾਰੀਖ ਨੂੰ ਕੀ ਹੈ ਇਹਦਾ ਨਾਮ KMP 11 ਤੋਂ 4 ਵਜੇ ਤੱਕ ਇਹਨੂੰ ਬਲੌਕ ਕਰਾਂਗੇ ਪ੍ਰੋਟੈਸਟ ਵਜੋਂ। ਇਸੇ ਤਰ੍ਹਾਂ 8 ਤਾਰੀਖ ਨੂੰ ਵਿਮਨਸ ਡੇ ਮਨਾਇਆ ਜਾਏਗਾ ਤੇ ਇਹ ਵੀ ਫੈਸਲਾ ਹੋਇਆ ਵੀ ਜਿੱਥੇ ਜਿੱਥੇ ਇਲੈਕਸ਼ਨ ਹੋ ਰਹੀ ਹੈ ਉੱਥੇ ਟੀਮਾਂ ਭੇਜੀਆਂ ਜਾਣਗੀਆਂ। ਸਭ ਤੋਂ ਪਹਿਲਾਂ ਬੰਗਾਲ ਦਾ ਫੈਸਲਾ ਹੋਇਆ, ਬੰਗਾਲ 'ਚ ਟੀਮ ਭੇਜੀ ਜਾਏਗੀ ਤੇ ਜਿਸ ਤਰ੍ਹਾਂ ਪ੍ਰੋਗਰਾਮ ਉਹ ਬਣੇਗਾ ਉਹ ਤੁਹਾਨੂੰ ਫਿਰ ਦੱਸ ਦਿਆਂਗੇ। ਤੇ ਕੇਰਲਾ ਦਾ ਵੀ ਫੈਸਲਾ ਹੋਇਆ, ਕੇਰਲਾ 'ਚ ਵੀ ਟੀਮ ਜਾਏਗੀ ਤੇ ਉੱਥੇ ਅਸੀਂ ਕਿਸੇ ਪਰਟੀਕੂਲਰ ਪਾਰਟੀ ਨੂੰ ਸਪੋਰਟ ਨਹੀਂ ਕਰਨ ਜਾਵਾਂਗੇ। ਅਸੀਂ ਆਪਣਾ ਕੇਸ ਦੱਸ ਕੇ ਅਸੀਂ ਲੋਕਾਂ ਨੂੰ ਅਪੀਲ ਕਰਾਂਗੇ ਵੀ ਜਿਹਨੂੰ ਮਰਜ਼ੀ ਵੋਟ ਪਾ ਦਿਓ। 100 ਦਿਨ ਹੋਣ ਵਾਲਾ ਹੈ, 100 ਦਿਨ 6 ਤਾਰੀਖ ਨੂੰ ਹੋ ਜਾਣਾ, ਇਸੇ ਲਈ 6 ਤਾਰੀਖ ਦਾ ਅਸੀਂ ਇਹ ਪ੍ਰੋਗਰਾਮ ਰੱਖਿਆ 100 ਦਿਨ ਹੋਣ ਤੇ ਉਹਦੇ ਲਈ ਅਸੀਂ ਲੋਕਾਂ ਨੂੰ ਇਹੀ ਅਵੇਅਰ ਕਰਾਂਗੇ ਵੀ ਮੋਦੀ ਸਰਕਾਰ ਦਾ ਕਿਸਾਨਾਂ ਪ੍ਰਤੀ ਰਵੱਈਆ ਕੀ ਹੈ। ਸਾਰੀ ਦੁਨੀਆ ਦਾ ਯੂਨੀਕ ਅੰਦੋਲਨ ਜਿਹੜਾ ਉਹ ਚੱਲ ਰਿਹਾ ਹੈ, ਜਿਹੜਾ ਕੰਪਲੀਟਲੀ ਪੀਸਫੁਲ ਰਿਹਾ। ਸਭ ਤੋਂ ਵੱਧ ਦੁਨੀਆ ਦੇ ਵਿੱਚ ਪਾਰਟੀਸਪੇਸ਼ਨ ਇਸ ਅੰਦੋਲਨ 'ਚ ਹੋਈ ਤੇ ਮੋਦੀ ਸਰਕਾਰ ਝੂਠ ਪ੍ਰਚਾਰ ਕਰੀ ਜਾ ਰਹੀ ਹੈ। ਅਸੀਂ 2-3 ਵਾਰ ਕਲੌਜ਼ ਬਾਈ ਕਲੌਜ਼ ਬਹਿਸ ਕਰ ਚੁੱਕੇ ਸਰਕਾਰ ਨਾਲ ਤੇ ਉਹ ਸਾਰੇ ਜਿੰਨੇ ਅਸੀਂ ਮੁੱਦੇ ਉਠਾਏ ਉਹਨਾਂ ਨੂੰ ਅਮੈਂਡਮੈਂਟ ਕਹੀ ਜਾਂਦੇ ਨੇ। ਦੂਜੇ ਪਾਸੇ ਉਹ ਕਹਿੰਦੇ ਨੇ ਜੀ ਕਲੌਜ਼ ਬਾਈ ਕਲੌਜ਼ ਬਹਿਸ ਨਹੀਂ ਕਰਦੇ, ਸਾਨੂੰ ਦੱਸਦੇ ਨੇ ਕੀ ਕਾਲਾ ਹੈ। ਅਸੀਂ ਉਹਨਾਂ ਨੂੰ ਪੁੱਛਦੇ ਹਾਂ ਸਾਨੂੰ ਦੱਸ ਦਿਓ ਕੀ ਚਿੱਟਾ ਹੈ। ਤੇ ਉਧਰ ਦੀਪ ਸਿੱਧੂ ਮਾਮਲੇ ਨੇ ਇੱਕ ਵਾਰ ਫਿਰ ਤੋਂ ਤੂਲ ਫੜ ਲਿਆ ਹੈ। ਦੀਪ ਸਿੱਧੂ ਦੇ ਹੱਕ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ, ਜਿਸ ਬਿਆਨ ਦੇ ਵਿੱਚ ਮਨਜਿੰਦਰ ਸਿਰਸਾ ਨੇ ਕਿਹਾ ਸੀ ਕਿ ਦੀਪ ਸਿੱਧੂ ਦੇ ਨਾਲ ਉਹਨਾਂ ਦੀ ਫੋਨ ਦੇ ਉੱਤੇ ਗੱਲਬਾਤ ਹੋਈ ਹੈ ਤੇ ਉਸ ਗੱਲਬਾਤ ਤੋਂ ਬਾਅਦ ਉਹਨਾਂ ਨੇ ਇਸ ਗੱਲ ਦਾ ਵੀ ਐਲਾਨ ਕੀਤਾ ਸੀ ਕਿ ਦੀਪ ਸਿੱਧੂ ਨੂੰ ਜਿਸ ਵੀ ਵਕੀਲ ਦੀ ਜ਼ਰੂਰਤ ਪਏਗੀ ਉਸ ਦੀ ਮਦਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇਗੀ। ਇਸ ਮਾਮਲੇ ਤੋਂ ਬਾਅਦ ਸਿਆਸੀ ਪ੍ਰਤੀਕਰਮ ਆਉਣੇ ਸ਼ੁਰੂ ਹੋਏ ਨੇ ਤੇ ਇਸ ਮਾਮਲੇ ਦੇ ਵਿੱਚ ਖਾਸ ਤੌਰ ਦੇ ਉੱਤੇ ਵਿਕਰਮ ਮਜੀਠੀਆ ਨੇ ਇਸ ਮਾਮਲੇ ਦਾ ਪਹਿਲਾਂ ਖੰਡਨ ਕੀਤਾ ਤੇ ਵਿਕਰਮ ਮਜੀਠੀਆ ਦੀ ਗੱਲਬਾਤ ਸੁਣਦਿਆਂ ਉਸ ਤੋਂ ਬਾਅਦ ਅਕਾਲੀ ਦਲ ਨੂੰ ਹੁਣ ਭਾਜਪਾ ਨੇ ਘੇਰਿਆ ਇਸ ਮਸਲੇ ਦੇ ਉੱਤੇ। ਤਰੁਣ ਚੁੱਗ ਦਾ ਵੀ ਬਿਆਨ ਹੈ, ਪਹਿਲਾਂ ਵਿਕਰਮ ਮਜੀਠੀਆ ਦਾ ਬਿਆਨ ਤੇ ਫਿਰ ਤਰੁਣ ਚੁੱਗ ਦੀ ਗੱਲਬਾਤ ਸੁਣਾਉਂਦੇ ਹਾਂ। ਮਨਜਿੰਦਰ ਸਿੰਘ ਸਿਰਸਾ ਜੀ ਨੇ, ਚਾਹੇ ਉਹ ਨੌਦੀਪ ਕੌਰ, ਚਾਹੇ ਉਹ ਮੋਗੇ ਦੇ ਨੇ, ਚਾਹੇ ਉਹ ਸਾਡੇ ਬਠਿੰਡੇ ਮਾਨਸੇ ਤੇ ਉਹ ਕਈ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਫਸਾਇਆ ਗਿਆ ਸੀ ਇੱਕ ਜਾਲ 'ਚ, ਮੈਂ ਕਹੂੰਗਾ, ਔਰ ਉਸ ਜਾਲ 'ਚ ਫਸਾ ਕੇ ਉਹਨਾਂ ਤੇ ਜੁਆਪਾ ਲਾਈ, ਉਹਨਾਂ ਦੀ ਮਦਦ ਕੀਤੀ, ਉਹਨਾਂ ਨੂੰ ਬੇਲ ਦਵਾਈ ਹੈ। ਮੈਂ ਉਹਦੀ ਸ਼ਲਾਘਾ ਵੀ ਕਰਦਾ, ਉਸ ਗੱਲ ਦੀ ਕਦਰ ਵੀ ਕਰਦਾ। ਜਿੱਥੇ ਤੱਕ ਗੱਲ ਕਿਸੇ ਹੋਰ ਦੀ ਆ ਜੇ, ਕਿਸੇ ਹੋਰ ਦੀ ਗੱਲ ਆ ਜੇ ਜਿਹੜਾ ਭਾਜਪਾ ਨਾਲ ਰਲ ਕੇ ਖੇਡੇ ਜਾਂ ਸ਼ਾਂਤਮਈ ਅੰਦੋਲਨ ਨੂੰ ਜਿਹਨੇ ਟਾਰਪੀਡੋ ਕਰਨ ਦੀ ਗੱਲ ਕੀਤੀ ਹੋਵੇ, ਉਹਦੇ ਨਾਲ ਕਿਸੇ ਦਾ ਕੋਈ ਮਤਲਬ ਹੀ ਨਹੀਂ। ਉਹ ਜੇ ਬੰਦੇ ਦਾ ਕੋਈ ਮਦਦ ਕਰੇ। ਦੀਪ ਸਿੱਧੂ ਉਹਨਾਂ ਨੇ ਕਿਹਾ ਮੇਰਾ ਭਰਾ ਹੈ, ਸਾਡਾ ਬੰਦਾ ਹੈ, ਮੁਬਾਰਕ ਤੁਹਾਨੂੰ, ਲੇਕਿਨ ਦੇਸ਼ ਦੀ ਏਕਤਾ ਅਖੰਡਤਾ ਤੋਂ ਉੱਪਰ ਕੁਝ ਨਹੀਂ ਹੈਗਾ। ਜਿਹੜੇ ਲੋਕ ਦੇਸ਼ ਨੂੰ ਜਲਾਣਾ ਚਾਹੁੰਦੇ, ਦੇਸ਼ 'ਚ ਹਿੰਸਾ ਲਿਆਉਣਾ ਚਾਹੁੰਦੇ ਔਰ ਕਿਸਾਨ ਅੰਦੋਲਨ ਨੂੰ ਹਿੰਸਾ ਵੱਲ ਤੋਰਨਾ ਚਾਹੁੰਦੇ, ਮੇਰੇ ਕਿਸਾਨ ਭਰਾਵਾਂ ਨੂੰ ਵੀ ਸਮਝ ਆਇਆ ਹੋਏਗਾ ਕਿ ਜਿਹੜਾ ਕਲਪਰੇਟ ਲੱਭ ਰਹੇ ਨੇ ਕਿ ਕੌਣ ਲੋਕ ਨੇ। ਉਹ ਸਿਰਸਾ ਜੀ ਦੇ ਬਿਆਨ ਤੋਂ ਕਈ ਚੀਜ਼ਾਂ ਉਹਨਾਂ ਨੂੰ ਸਪਸ਼ਟ ਹੋ ਗਈਆਂ। ਉਧਰ ਵਿਕਰਮ ਮਜੀਠੀਆ ਅਤੇ ਤਰੁਣ ਚੁੱਗ ਦੇ ਇਹਨਾਂ ਬਿਆਨਾਂ ਤੋਂ ਬਾਅਦ ਖੁਦ ਮਨਜਿੰਦਰ ਸਿਰਸਾ ਨੇ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਦਿੱਤਾ ਹੈ। ਮਨਜਿੰਦਰ ਸਿਰਸਾ ਨੇ ਇਤਿਹਾਸ ਦੇ ਝਰੋਖਿਆਂ ਦੇ ਵਿੱਚ ਲਿਜਾਇਆ ਗਿਆ ਹੈ। ਮਨਜਿੰਦਰ ਸਿਰਸਾ ਦੇ ਵੱਲੋਂ ਤੇ ਇਤਿਹਾਸ ਦੀਆਂ ਕਈ ਉਦਾਹਰਨਾਂ ਦੇ ਕੇ ਉਹਨਾਂ ਨੇ ਆਪਣੀ ਗੱਲ ਨੂੰ ਸਹੀ ਸਾਬਤ ਕਰਨ ਦੀ ਗੱਲ ਆਖੀ ਹੈ। ਜਿਹੜੇ ਲੋਕ ਅੱਜ ਇਸ ਗੱਲ ਤੇ ਸਾਡੇ ਸਵਾਲ ਚੁੱਕ ਰਹੇ ਆ ਕਿ ਅਸੀਂ ਦੀਪ ਸਿੱਧੂ ਦੀ ਅਮਦਾਦ ਕਰਨ ਦੀ ਗੱਲ ਕਿਉਂ ਕੀਤੀ, ਪਹਿਲਾਂ ਤਾਂ ਮੈਂ ਸਭ ਨੂੰ ਦੱਸਣਾ ਚਾਹੁੰਦਾ, ਬਹੁਤ ਸਾਰੇ ਲੋਕਾਂ ਦੇ ਮੈਸੇਜ ਵੀ ਆ ਰਹੇ ਨੇ, WhatsApp ਵੀ ਆ ਰਹੇ ਨੇ
ਕਿ ਦੀਪ ਸਿੱਧੂ ਦੇ ਕੇਸ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ। ਦੀਪ ਸਿੱਧੂ ਬਿਲਕੁਲ ਠੀਕ ਆ। ਜਿਸ ਦਿਨ ਉਸ ਨੂੰ ਤਿਹਾੜ ਜੇਲ੍ਹ ਅੰਦਰ ਲੈ ਕੇ ਗਏ ਉਸ ਦਿਨ ਦੀਪ ਸਿੱਧੂ ਨਾਲ ਮੇਰੀ ਵੀ ਗੱਲ ਹੋਈ ਔਰ ਮੈਂ ਉਸ ਨੂੰ ਜੋ ਗੱਲ ਕਹੀ ਉਹ ਮੈਂ ਤੁਹਾਨੂੰ ਹੂਬਹੂ ਦੱਸਣ ਲੱਗਾ। ਜਦੋਂ ਮੇਰੀ ਫੋਨ ਤੇ ਗੱਲ ਹੋਈ ਮੈਨੂੰ ਇੱਕੋ ਗੱਲ ਕਹੀ, ਦੀਪ ਸਿੱਧੂ ਅਸੀਂ ਤੇਰੇ ਨਾਲ ਡਟ ਕੇ ਖੜੇ ਆ, ਕੋਈ ਖਲੋਵੇ ਜਾਂ ਨਾ ਖਲੋਵੇ, ਪਰ ਸਾਡਾ ਸਭ ਦਾ ਫਰਜ਼ ਬਣਦਾ ਹੈ ਕੌਮ ਦੇ ਨਾਲ ਖੜੇ ਹੋਣਾ। ਤੂੰ ਸਾਡਾ ਨੌਜਵਾਨ ਦੋਸਤ ਆ, ਛੋਟਾ ਭਰਾ ਹੈ। ਇਹ ਗੱਲ ਬਾਅਦ ਚ ਲੋਕ ਦੇਖਣਗੇ ਕੀ ਹੋਇਆ ਕਿਵੇਂ ਹੋਇਆ, ਉਹ ਸਾਰੀਆਂ ਗੱਲਾਂ ਆਉਣ ਵਾਲੇ ਸਮੇਂ 'ਚ ਸਾਹਮਣੇ ਆਉਣਗੀਆਂ। ਪਰ ਦਿੱਲੀ ਦੇ ਅੰਦਰ ਸਾਡਾ ਕੋਈ ਵੀਰ ਉਸ ਦੇ ਉੱਤੇ ਕਿਸੇ ਤਰੀਕੇ ਦਾ ਮੁਕੱਦਮਾ ਹੋ ਜੇ, ਅਤਿਆਚਾਰ ਹੋ ਜੇ, ਜਾਤੀ ਹੋ ਰਹੀ ਹੋਵੇ ਔਰ ਅਸੀਂ ਚੁੱਪ ਰਹੀਏ, ਇਹ ਕਦੀ ਹੋ ਨਹੀਂ ਸਕਦਾ। ਇਸ ਕਰਕੇ ਭਾਵੇਂ ਦੀਪ ਸਿੱਧੂ ਨੂੰ ਬਾਹਰ ਲਿਆਉਣ ਵਾਸਤੇ ਕੁਝ ਵੀ ਲਿਆਉਣਾ ਪਵੇ, ਭਾਵੇਂ ਵੱਡੇ ਵਕੀਲ ਖੜੇ ਕਰਨ ਪੈਣ, ਮੈਂ ਇਹ ਦੀਪ ਸਿੱਧੂ ਨੂੰ ਵੀ ਅਸ਼ੋਰ ਕੀਤਾ ਕਿ ਭਾਵੇਂ ਕਿੱਡੇ ਵੱਡੇ ਵਕੀਲ ਖੜੇ ਕਰਨੇ ਪੈਣ ਤੇਰੀ ਜ਼ਮਾਨਤ ਕਰਾਵਾਂਗੇ। ਔਰ ਅਸੀਂ ਮੈਂ ਉਹਦੇ ਭਰਾ ਨਾਲ ਵੀ ਸੰਪਰਕ ਅੰਦਰ ਆ। ਉਹਦੇ ਭਰਾ ਬਹੁਤ ਸੀਨੀਅਰ ਖੁਦ ਐਡਵੋਕੇਟ ਨੇ, ਬੜੀ ਉਹਨਾਂ ਨੇ ਖੁਦ ਮਿਹਨਤ ਹੁਣ ਤੱਕ ਕੀਤੀ ਆ ਔਰ ਉਹਨਾਂ ਮੈਨੂੰ ਸਾਰੀਆਂ ਗੱਲਾਂ ਵੀ ਦੱਸੀਆਂ ਨੇ। ਸੋ ਮੈਂ ਪਹਿਲਾਂ ਤਾਂ ਸਭ ਨੂੰ ਇਹ ਦੱਸਣਾ ਚਾਹੁੰਦਾ ਕਿ ਦੀਪ ਸਿੱਧੂ ਠੀਕ ਵੀ ਆ ਔਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਜੋ ਵੀ ਉਹਨਾਂ ਦੇ ਪਰਿਵਾਰ, ਕਿਉਂਕਿ ਉਹਨਾਂ ਦੇ ਬ੍ਰਦਰ ਖੁਦ ਐਡਵੋਕੇਟ ਨੇ ਔਰ ਬੜੇ ਅੱਛੀ ਤਰ੍ਹਾਂ ਕੇਸ ਨੂੰ ਸਮਝਦੇ ਨੇ, ਜੋ ਵੀ ਉਹ ਕਹਿਣਗੇ, ਜੋ ਵੀ ਉਮੀਦ ਕਰਨਗੇ, ਅਸੀਂ ਬਿਲਕੁਲ ਦੀਪ ਸਿੱਧੂ ਦੇ ਨਾਲ ਡਟ ਕੇ ਖੜੇ ਹਾਂ। ਉਧਰ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਵੱਡੇ ਸਿਆਸੀ ਬਿਆਨ ਸਾਹਮਣੇ ਆਏ ਨੇ। ਇਸ ਦੇ ਵਿੱਚ ਸਿੱਧੂ ਨੇ ਖਾਸ ਤੌਰ ਤੇ ਉੱਤੇ ਪੰਜਾਬੀ ਅਤੇ ਪੰਜਾਬੀਅਤ ਦੇ ਤੌਰ ਤੇ ਉੱਤੇ ਮੁੱਖ ਮਸਲੇ ਅੱਗੇ ਰੱਖੇ ਨੇ। ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਬਜਟ ਨੂੰ ਲੈ ਕੇ ਵੀ ਚਰਚਾਵਾਂ ਕੀਤੀਆਂ ਨੇ ਤੇ ਪੰਜਾਬ ਦੇ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਕਿਹਨਾਂ ਪਲਾਨਾਂ ਦੀ ਜ਼ਰੂਰਤ ਹੈ, ਕਿਸ ਤਰ੍ਹਾਂ ਪੰਜਾਬ ਆਪਣੇ ਪੈਰਾਂ ਦੇ ਉੱਤੇ ਖੜਾ ਹੋਏਗਾ, ਇਸ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਇੱਕ ਸੰਜੀਵਨੀ ਪਲਾਨ ਪੇਸ਼ ਕੀਤਾ ਹੈ। ਕਿ ਕੁਝ ਨਵਜੋਤ ਸਿੰਘ ਸਿੱਧੂ ਨੇ ਇਸ ਦੇ ਵਿੱਚ ਪੇਸ਼ ਕੀਤਾ ਹੈ, ਉਹ ਸੁਣਦੇ ਹਾਂ। There is no versus ਸਿੱਧੂ ਬੌਸ। ਸਿੱਧੂ ਤੇ ਪੰਜਾਬ ਵੱਲ ਖੜਾ ਹੈ, ਮੈਂ ਤੇ ਪੰਜਾਬ ਵੱਲ ਹਾਂ ਔਰ ਮੈਂ ਤੇ ਇੱਕੋ ਚੀਜ਼ ਮੰਗਦਾ, ਨੀਤੀ, ਨੀਅਤ ਤੇ ਨਿਆਂ। 5,000 years of agriculture, bro. 5,000 years of agriculture. Indus Valley civilization, but farmers are committing suicide. अन्नदाता खुदकुशियां करता है। भगत सिंह दी ओ गल मैनू याद आती है, पगड़ी संभाल जट्टा पगड़ी संभाल होए, बैरियां ने अज तेरा लुट लिया माल होए। ये यथार्थ के धरातल के उत्ते खड़े होकर चिंतन करन दी गल है। And I want to tell you all, listen to me clearly. I want to tell you that elections are not fought for the next election. Elections are fought for the new generation, for the next generation. We are here to fight for the next generation. For 25 years, year 1997, a system has failed us. A huge debt rupee system घटोट का चवांग खड़ा साढ़े सामने दैत्य बन के और नोच नोच के पंजाब दे वाइटल्स नू खा रहा है। Everybody knows about it, right? Hospitals, schools, this is where we want to. Everybody talks about it. Everybody has policies. Everybody says we have plans. Your plans will fail if you do not have any investment. You don't have any income. So this is my solution. I'm very clear. हो चुकी है पीड़ पर्वत सी पिघलनी चाहिए, इस हिमालय से कोई गंगा निकलनी चाहिए। सिर्फ हंगामा खड़ा करना मेरा मकसद नहीं, मेरा मकसद है कि ये सूरत बदलनी चाहिए। फिर मेरे दिल में ना सही तो तेरे दिल में ही सही हो, कहीं भी आग लेकिन आग जलनी चाहिए। उधर पंजाब के बजट इजलास का अज तीजा दिन है तो अज विधान सभा की कार्रवाई 10 वजे तक मुलतवी की गई हुई है तो 10 वजे ये कार्रवाई शुरू की जानी है, जिस दे विच अज उम्मीद है कि खेती कानूनों को लैके भी खास तौर के उत्ते नवा प्रस्ताव पंजाब की सरकार लिया सकती है तो फसलों की MSP को लैके भी नवे बयान जिहड़े अज पेश हो सकते हैं, नवे प्रस्ताव जिहड़े पेश किए जा सकते हैं। दस दी कि अज के विधान सभा इजलास के उत्ते कल के विधान सभा इजलास का बहुत वड्डा असर वेख्या जाना है, क्योंकि कल कई चीज़ों को लैके विरोध भी किया गया। कल दी जो गतिविधियां ने उसके उत्ते भी निगाहां मरावांगे। वख-वख सियासी बयान से कल के दिन के विचों
ਉਹਨਾਂ ਬਿਆਨਾਂ ਦੇ ਵੱਲ ਸਿੱਧੀ ਨਿਗਾਹ ਮਾਰਦੇ ਹਾਂ ਤੇ ਸੁਣਦੇ ਹਾਂ ਵੱਖ-ਵੱਖ ਪਾਰਟੀਆਂ ਦੀਆਂ ਖਾਸ ਗੱਲਾਂ ਬਾਤਾਂ। ਬਿਕਰਮ ਮਜੀਠੀਆ ਨੇ ਕਿਹਾ ਜੀ ਕਿ ਵਿਧਾਇਕਾਂ ਦੇ ਖਿਲਾਫ ਸ਼ਿਕਾਇਤ ਤਾਂ ਕੀਤੀ ਆਮ ਆਦਮੀ ਪਾਰਟੀ ਨੇ, ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਉੱਠ ਕੇ ਆਗੂਆਂ ਨੇ ਸ਼ੋਰ ਮਚਾਇਆ। ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਦੋਹਰੇ ਮਾਪਦੰਡ ਹੋ ਸਕਦੇ ਨੇ। 4 ਵਿਧਾਇਕਾਂ ਨੂੰ ਸਪੀਕਰ ਨੇ ਐਂਟੀ ਡਿਫੈਕਸ਼ਨ ਲਾਅ ਦਾ ਨੋਟਿਸ ਦਿੱਤਾ ਹੋਇਆ, ਉਹਨਾਂ ਚੋਂ 2 ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਕੋਲ ਵਾਪਸ ਚਲੇ ਗਏ ਨੇ। ਹੁਣ ਉਹ ਕਹਿੰਦੇ ਕਿਉਂਕਿ ਸਾਡੀਆਂ ਭੇਡਾਂ ਨੇ, ਹੁਣ ਇਹਨਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ ਹੋਣਾ ਚਾਹੀਦਾ। ਫਰਸਟਲੀ ਦਿਸ ਇਜ਼ ਸਿਲੈਕਟਿਵ ਟਾਰਗੇਟਿੰਗ, ਨੰਬਰ 1। ਨੰਬਰ 2, ਸ਼ਾਇਦ ਆਮ ਆਦਮੀ ਪਾਰਟੀ ਨੂੰ ਤੇ ਬਿਕਰਮ ਮਜੀਠੀਆ ਨੂੰ ਕਾਨੂੰਨ ਨਹੀਂ ਪਤਾ। ਜਿਹੜਾ ਐਂਟੀ ਡਿਫੈਕਸ਼ਨ ਲਾਅ ਦੇ 10th ਸ਼ਡਿਊਲ ਦਾ ਜਿਹਦੇ ਖਿਲਾਫ ਸਾਡੇ ਖਿਲਾਫ ਕੋਈ ਕਾਰਵਾਈ ਕਰਨੀ ਹੈ ਸਪੀਕਰ ਨੇ, ਉਹ ਪੰਜਾਬ ਵਿਧਾਨ ਸਭਾ ਕੰਪੀਟੈਂਟ ਹੀ ਨਹੀਂ ਕੀ। ਪੰਜਾਬ ਵਿਧਾਨ ਸਭਾ ਨੂੰ ਉਹ ਪਹਿਲਾਂ ਲਾਅਜ਼ ਅਡਾਪਟ ਕਰਨੇ ਪੈਣੇ ਆ। ਦੇਸ਼ ਦੀਆਂ ਕੁਝ ਵਿਧਾਨ ਸਭਾਵਾਂ ਨੇ ਇਹ ਲਾਅਜ਼ ਅਡਾਪਟ ਕੀਤੇ ਹੋਏ ਨੇ, ਪੰਜਾਬ ਨੇ ਅਡਾਪਟ ਨਹੀਂ ਕੀਤੇ, ਔਰ ਉਸ ਲਾਅਜ਼ ਨੂੰ ਅਡਾਪਟ ਕਰਨ ਲਈ ਮਿਨੀਮਮ 30 ਸਿਟਿੰਗਸ ਦਾ ਟਾਈਮ ਚਾਹੀਦਾ। ਅੱਜ ਵੀ ਉਹ ਲਾਅ ਜਿਹੜੇ 10th ਸ਼ਡਿਊਲ ਦੇ ਐਂਟੀ ਡਿਫੈਕਸ਼ਨ ਲਾਅ ਦੇ ਉਹ ਟੇਬਲ ਤੇ ਰੱਖੇ ਗਏ ਨੇ, ਪਰ ਇਦਾਂ ਦੀਆਂ 30 ਸਿਟਿੰਗਸ ਚਾਹੀਦੀਆਂ ਨੇ। ਉਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਦਾ ਸਪੀਕਰ ਕੰਪੀਟੈਂਟ ਹੋਵੇਗਾ। ਨੰਬਰ 3, ਸਪੀਕਰ ਦੇ ਉੱਤੇ ਕੋਈ ਪਾਬੰਦੀ ਨਹੀਂ ਗੀ। ਲਾਅ ਕੀ ਕਹਿੰਦਾ, ਆਪਾਂ ਕਨਸਟੀਟਿਊਸ਼ਨਲ ਚੱਲਣਾ ਨਾ। ਸਪੀਕਰ ਇਜ਼ ਨਾਟ ਕੋਈ ਟਾਈਮ ਬਾਉਂਡ ਫਰੇਮ ਨਹੀਂਗਾ ਸਪੀਕਰ ਤੇ, ਉਹ ਕਦੋਂ ਫੈਸਲਾ ਕਰੇ ਕਦੋਂ ਨਾ ਕਰੇ। ਤੇ ਲਾਸਟਲੀ ਮੈਂ ਕਹਿਣਾ ਚਾਹੁੰਦਾ ਕਿ ਇਹਨਾਂ ਫਰਜ਼ੀ ਇਨਕਲਾਬੀਆਂ ਨੇ ਸਾਡੇ ਖਿਲਾਫ अपना चाव पूरा करने लिए हाई कोर्ट भी गए हुए हैं। आज गवर्नर साहब के भाषण पे ऊपर बिल्कुल आम आदमी पार्टी जो है इसकी बहस में हिस्सा लेंगे, क्योंकि कल पंजाब के माननीय गवर्नर साहब ने बहुत एक बड़ा झूठ का पुलंदा कैप्टन साहब की तरफ से पंजाब की विधानसभा में पड़ा। उसको हम वहाँ पे उनका पर्दाफाश करेंगे, क्योंकि वो जब पैरा नंबर 26 और 27 पर पहुँचे, जिसमें पंजाब के जो किसान हैं इनके 3 काले बिलों का जिक्र किया गया था, उस वक्त पहुँचते पहुँचते पंजाब के माननीय गवर्नर साहब वो भाषण स्किप करके वहाँ से उठ के चले गए। सो बहुत बड़ी तौहीन पंजाब के लोगों की, पंजाब के किसानों की, पंजाब के खेत मजदूरों की पंजाब के गवर्नर साहब ने ऑन बिहाफ ऑफ कैप्टन साहब ने पंजाब के किसानों की तौहीन की है। उधर विधान ਸਭਾ ਸੈਸ਼ਨ 3 ਦਿਨ ਹੈ। ਜਿਸ ਤਰ੍ਹਾਂ ਹੰਗਾਮਿਆਂ ਦੀ ਭੇਟ ਚੜਿਆ ਹੈ, ਖਾਸ ਤੌਰ ਦੇ ਉੱਤੇ ਸੱਤਾ ਧਿਰ ਦੇ ਵੱਲੋਂ ਵਿਰੋਧੀ ਧਿਰਾਂ ਦੇ ਉੱਤੇ ਇਲਜ਼ਾਮ ਸਨ ਅਤੇ ਵਿਰੋਧੀ ਧਿਰ ਦੇ ਵੱਲੋਂ ਸੱਤਾ ਧਿਰ ਤੋਂ 4 ਸਾਲਾਂ ਦਾ ਰਿਪੋਰਟ ਕਾਰਡ ਮੰਗਿਆ ਜਾ ਰਿਹਾ ਸੀ, ਜਿਸ ਨੂੰ ਲੈ ਕੇ ਕਾਫੀ ਗਰਮ ਮਾਹੌਲ ਵਿਧਾਨ ਸਭਾ ਦੇ ਵਿੱਚ ਰਿਹਾ ਹੈ। ਇਸ ਦਰਮਿਆਨ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਵਿਕਰਮ ਮਜੀਠੀਆ ਦੇ ਵੱਲੋਂ ਮਜੀਠੀਆ ਦਾ ਕਹਿਣਾ ਹੈ ਕਿ ਜਿਹੜੇ ਕਿਸਾਨ खुद अपनियां जाना दे रहे हैं उन्होंने पिछे खास तौर के उत्ते कैप्टन अमरिंदर सिंह का हाथ है, क्योंकि कैप्टन अमरिंदर सिंह ने करजा माफी के वादे पूरे नहीं किए कि कुछ इसके उत्ते विक्रम मजीठिया कह रहे हैं। वो सुनते हैं तो उस तो बाद इन्हां गल्लां दा जवाब सुखपाल सिंह खैरा ने दिता है। कैप्टन अमरिंदर सिंह का वायदा सी कि मैं सारे करजियां ते लीक मारूंगा, चाहे वो आड़तियां दे करजे है, चाहे वो नैशनलाइज्ड बैंकां दे ने, ते चाहे वो कोआपरेटिव बैंकां दे ने। जद सोसाइटी दे करजे वाले भी सुसाइड कर रहे हैं तो इस तो खतरनाक गल की हो सकती है। इसलिए उन्हां दी असलीयत सामने रखदियां होया मैं 2 मंगां रखियां कि लोकां नूं गमराह ते ठगण वास्ते जो कांग्रेस ने जो कार्रवाई की है, कैप्टन अमरिंदर सिंह ते परचा दर्ज होवे, क्योंकि सुसाइड नोट ते उन्हां नूं जिम्मेवार किसान ठहरा रहे हैं। PPCC दे प्रधान ते होवे ਤੇ ਕੋਆਪਰੇਟਿਵ ਦੇ ਮਿਨਿਸਟਰ ਤੇ ਹੋਵੇ, ਜੇ ਤੁਸੀਂ ਸੁਸਾਇਟੀਆਂ ਦਾ ਕਰਜ਼ਾ ਨਹੀਂ ਮਾਫ ਕਰ ਸਕੇ, ਹੋਰ ਤੁਸੀਂ ਕੀ ਕਰ ਦੇਣਾ। ਔਰ ਇਹ ਪਹਿਲਾ ਇਨਸੀਡੈਂਟ ਨਹੀਂ, ਇਸ ਤੋਂ ਪਹਿਲਾਂ 1500 ਇਨਸੀਡੈਂਟ। ਅਜਨਾਲੇ 'ਚ ਵੀ ਇੱਕ ਕਿਸਾਨ ਨੇ ਸੁਸਾਈਡ ਕੀਤੀ, ਉਹਨਾਂ ਨੇ ਵੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਦੂਜੀ ਗੱਲ ਮੈਂ ਕੀ ਕੀਤੀ ਮੰਗ, ਮੈਂ ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਦੇ ਚੋਣ ਮੈਨੀਫੈਸਟੋ 'ਚ ਦੂਜਾ ਵਾਅਦਾ ਇਹ ਸੀ ਕਿ ਜੇ ਕੋਈ ਖੁਦਕੁਸ਼ੀ ਕਰ ਜਾਂਦਾ ਉਹਦੇ ਪਰਿਵਾਰ ਨੂੰ 10 ਲੱਖ ਮਦਦ ਤੇ ਇੱਕ ਸਰਕਾਰੀ ਨੌਕਰੀ। ਦੱਸੋ ਤੁਸੀਂ ਕਿਹਨੂੰ ਦਿੱਤੀ ਹੈ। ਤੇ ਹੁਣ ਸੁਖਪਾਲ ਸਿੰਘ ਖਹਿਰਾ ਸੁਣਾਉਂਦੇ ਆ। ਸੁਖਪਾਲ ਖਹਿਰਾ ਨੇ ਕਰਜ਼ਾ ਮਾਫੀ ਵਾਲੇ ਮਸਲੇ ਦੇ ਉੱਤੇ ਅਕਾਲੀ ਦਲ ਨੂੰ ਹੀ ਘੇਰਿਆ। ਉਹਨਾਂ ਦਾ ਕਹਿਣਾ ਹੈ ਕਿ ਤੁਹਾਡੇ ਸਮੇਂ ਦੇ ਵਿੱਚ ਵੀ ਕਿਸਾਨਾਂ ਨੇ ਆਪਣੀਆਂ ਜਾਨਾਂ ਖੋ ਦਿੱਤੀਆਂ ਨੇ, ਜਿਸ ਨੂੰ ਲੈ ਕੇ ਮਾਮਲੇ ਤੁਹਾਡੇ ਉੱਤੇ ਵੀ ਦਰਜ ਹੋਣੇ ਚਾਹੀਦੇ ਨੇ। ਨੇ ਉਹਦੇ 'ਚ ਮੇਰੇ ਖਿਆਲ ਇੱਕ ਮੈਂਬਰ ਨੇ ਉਠਾਇਆ ਸੀਗਾ ਕਿ ਜਿਹੜਾ ਕਰਜ਼ ਮਾਫੀ ਦਾ ਇੱਕ ਸੁਸਾਈਡ ਨੋਟ ਹੈ, ਸ਼ਾਇਦ ਜਗਤਾਰ ਸਿੰਘ ਕਿਸਾਨ ਵੱਲੋਂ, ਸ਼ਾਇਦ ਵਿਕਰਮ ਮਜੀਠੀਆ ਨੇ ਉਠਾਇਆ ਸੀਗਾ ਕਿ ਇਹਦਾ ਜਿਹੜਾ ਹੈਗਾ ਵਾ ਪੰਜਾਬ ਸਰਕਾਰ ਦੇ ਉੱਤੇ, ਕਿਉਂਕਿ ਉਹਨੇ ਆਪਣੇ ਸੁਸਾਈਡ ਨੋਟ ਵਿੱਚ ਪੰਜਾਬ ਗਵਰਨਮੈਂਟ ਨੂੰ ਰਿਸਪੌਂਸਿਬਲ ਹੋਲਡ ਕੀਤਾ। ਹੁਣ ਮੈਂ ਸਮਝਦਾ ਵਾਂ ਕਿ ਉਹਨਾਂ ਦੇ ਪਰਿਵਾਰਾਂ ਨੂੰ ਪੂਰੀ ਸਪੋਰਟ, ਉਹਨਾਂ ਨੂੰ ਬਣਦੀ ਕੰਪਨਸੇਸ਼ਨ ਮਿਲਣੀ ਚਾਹੀਦੀ। ਜਿੱਥੋਂ ਤੱਕ ਪਰਚੇ ਦਰਜ ਕਰਨ ਦੀ ਆ, ਮੈਂ ਵਿਕਰਮ ਮਜੀਠੀਆ ਨੂੰ ਤੇ ਇਹਨਾਂ ਖੋਤੀ ਅਕਾਲੀਆਂ ਨੂੰ ਪੁੱਛਣਾ ਚਾਹੁੰਦਾ, ਜਿਹੜੇ ਤੁਹਾਡੇ 10 ਸਾਲ ਦੇ ਰਾਜ ਵਿੱਚ ਹਜ਼ਾਰਾਂ ਕਿਸਾਨਾਂ ਨੇ ਆਤਮ ਹੱਤਿਆ ਕੀਤੀ, ਕੀ ਤੁਹਾਡੇ ਤੇ ਵੀ ਪਰਚੇ ਦਰਜ ਹੋਣੇ ਚਾਹੀਦੇ ਹਨ? ਕਿ ਇਸ ਤਰ੍ਹਾਂ ਨਾਲ ਕਿਸੇ ਆਤਮ ਹੱਤਿਆ ਦਾ ਇੱਕ ਨੋਟ ਵਿੱਚ ਪੰਜਾਬ ਸਰਕਾਰ ਦਾ ਬ੍ਰੌਡਲੀ ਜ਼ਿਕਰ ਹੋ ਜੇ
ਕਈ ਸੁਸਾਈਡ ਨੋਟਸ ਵਿੱਚ ਕੱਢ ਲਓ ਅਕਾਲੀ ਦਲ ਦੇ ਵੇਲੇ ਉਹਨਾਂ ਨੇ ਉਸ ਵੇਲੇ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਵਾ ਕਿ ਬਿਕਰਮ ਮਜੀਠੀਆ ਤੇ ਸੁਖਬੀਰ ਬਾਦਲ ਤੇ ਹਰਸਿਮਰਤ ਤੇ ਬਾਦਲ ਤੇ ਪਰਚੇ ਦਰਜ ਹੋਏ ਸੀਗੇ। ਦੇਅਰਫੋਰ ਕੋਈ ਵੀ ਗੱਲ ਪੰਜਾਬ ਦੇ ਸਦਨ ਵਿੱਚ ਅੰਦਰ ਕਹਿਣ ਤੋਂ ਪਹਿਲਾਂ ਅੰਦਰ ਇਹਨਾਂ ਅਕਾਲੀਆਂ ਨੂੰ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ। ਉਧਰ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਵੱਡੇ ਸਿਆਸੀ ਬਿਆਨ ਸਾਹਮਣੇ ਆਏ ਨੇ। ਇਸ ਦੇ ਵਿੱਚ ਕਮਰ ਸੰਧੂ ਨੇ ਵੀ ਬਿਆਨ ਦਿੱਤਾ ਹੈ। ਕਮਰ ਸੰਧੂ ਨੇ ਖਾਸ ਤੌਰ ਦੇ ਉੱਤੇ ਗੱਲ ਚੱਕੀ ਸੀ ਕਿ ਵਿਧਾਨ ਸਭਾ ਦੇ ਦਰਮਿਆਨ ਹੰਗਾਮਿਆਂ ਦੀ ਹੀ ਭੇਟ ਚੜ੍ਹ ਜਾਂਦੇ ਨੇ। ਵਿਧਾਨ ਸਭਾ ਸੈਸ਼ਨ ਦੇ ਸਾਰੇ ਦਿਨ ਆਮ ਲੋਕਾਂ ਦੇ ਮੁੱਦੇ ਇਸ ਦਰਮਿਆਨ ਨਹੀਂ ਚੁੱਕੇ ਜਾਂਦੇ ਤੇ ਰਾਜਪਾਲ ਦੇ ਭਾਸ਼ਣ ਦੇ ਦਰਮਿਆਨ ਲਾਏ ਗਏ ਗੋ ਬੈਕ ਤੇ ਨਾਰਿਆਂ ਦੇ ਉੱਤੇ ਵੀ ਕਮਰ ਸੰਧੂ ਨੇ ਵਿਰੋਧੀਆਂ ਨੂੰ ਘੇਰਦੇ ਹੋਏ ਕਿਹਾ ਹੈ ਕਿ ਅਜਿਹਾ ਨਹੀਂ ਸੀ ਹੋਣਾ ਚਾਹੀਦਾ ਤੇ ਅਜਿਹੇ ਵਿਧਾਇਕਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ। ਅਸੀਂ ਕੀ ਇਹ ਸ਼ੋਭਾ ਥੋੜਾ ਦਿੰਦਾ ਵਾ ਔਰ ਅੰਦਰ ਜੇ ਡਿਜੀਟਾਈਜ਼ ਹੋਊਗਾ, ਅੰਦਰ ਟੈਲੀਵਿਜ਼ਨ ਸਕਰੀਨਾਂ ਲੱਗਣਗੀਆਂ, ਅੰਦਰ ਟੈਲੀਵਿਜ਼ਨ ਹਰ ਡੈਸਕ ਦੇ ਉੱਤੇ ਲੱਗੂਗਾ ਤੇ ਕੱਲ ਨੂੰ ਔਰ ਉਹਨਾਂ ਨੇ ਕਿਹਾ ਪੇਪਰਲੈਸ ਹੋਊਗਾ ਤੇ ਇੱਥੇ ਕੁਝ ਲੋਕਾਂ ਨੇ ਭਾਸ਼ਣ ਦੀਆਂ ਸਪੀਚਾਂ ਜਿਹੜੀਆਂ ਭਾਸ਼ਣ ਦੇ ਕਾਪੀਆਂ ਫਾੜੀਆਂ ਤੇ ਫਿਰ ਕੀ ਅਸੀਂ ਸਕਰੀਨਾਂ ਤੋੜਾਂਗੇ ਉੱਥੇ। ਔਰ ਮੇਰਾ ਆਪਣਾ ਮੰਨਣਾ ਵਾ ਕਿ ਜੇ ਤੁਸੀਂ ਭਾਸ਼ਣ ਨੂੰ ਦੀ ਕਾਪੀ ਨੂੰ ਫਾੜਦੇ ਜੇ ਜਾਂ ਉਹਨੂੰ ਤੁਸੀਂ ਸਾੜਦੇ ਜੇ, ਮੇਰੇ ਖਿਆਲ ਕਿਸੇ ਪਾਰਟੀ ਨੇ ਆਮ ਆਦਮੀ ਜਾਂ ਕਿਸੇ ਪਾਰਟੀ ਨੇ ਬਾਹਰ ਉਹਦੀਆਂ ਕਾਪੀਆਂ ਸਾੜੀਆਂ ਵੀਆਂ ਤੇ ਸਾੜਦੇ ਜੇ ਤੇ ਫਿਰ ਤੁਸੀਂ ਆਪਣਾ ਜਿਹੜਾ ਅਧਿਕਾਰ ਆ ਉਹਦੇ ਤੇ ਬਹਿਸ ਕਰਨ ਦਾ ਉਹ ਤੁਸੀਂ ਖੋ ਦਿੰਦੇ। ਜੇ ਤੁਸੀਂ ਉਹਦੀ ਬਿਲੀਵ ਹੀ ਨਹੀਂ ਕਰਦੇ ਫਿਰ ਤੁਸੀਂ ਬੋਲਦੇ ਕਿਉਂ ਉੱਥੇ ਫਿਰ ਬਾਅਦ ਦੇ ਵਿੱਚ। ਸੋ ਇਹ ਰਸਮੀ ਭਾਸ਼ਣ ਹੁੰਦਾ ਵਾ, ਸਾਨੂੰ ਪਤਾ ਹੀ ਆ ਵੀ ਉਹਦੇ 'ਚ ਜੋ ਵੀ ਰਾਜਪਾਲ ਬੋਲਦਾ ਉਹ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਬੋਲਦਾ। ਇਹ ਨਹੀਂ ਕਿ ਉਹ ਰਾਜਪਾਲ ਉਹਦੇ ਨਾਲ ਸਹਿਮਤ ਹੋਊਗਾ ਔਰ ਅਸੀਂ ਵੀ ਉਹਦੇ ਨਾਲ ਸਹਿਮਤ ਨਹੀਂ ਹੋਵਾਂਗੇ। ਜਿਹੜੇ ਵਿਰੋਧੀ ਧਿਰ ਆ ਬਿਲਕੁਲ ਨਹੀਂ ਸਹਿਮਤ ਹੋਣਗੇ। ਇਸੇ ਕਰਕੇ ਤੇ ਬਹਿਸ ਹੁੰਦੀ ਆ। ਔਰ ਜੇ ਬਹਿਸ ਕਰਨ ਦੀ ਬਜਾਏ ਤੁਸੀਂ ਉੱਥੇ ਜੇ ਨਾਅਰੇਬਾਜ਼ੀ ਕਰਨੀ ਆ, ਤੁਸੀਂ ਉੱਥੇ ਹੰਗਾਮਾ ਹੀ ਕਰਨਾ ਔਰ ਕੱਲ ਭਾਸ਼ਣ ਮੇਰੇ ਖਿਆਲ ਉਹਨੂੰ ਛੋਟਾ ਕਰਨਾ ਪਿਆ, ਛੇਤੀ ਬੰਦ ਕਰਨਾ ਪਿਆ। ਸੋ ਅਸੀਂ ਕੀ ਐਗਜ਼ਾਮਪਲ ਸੈੱਟ ਕਰ ਰਹੇ ਹਾਂ। ਉਧਰ ਹਲਕਾ ਦਾਖਾਂ ਤੋਂ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੇ ਵੱਲੋਂ ਵੀ ਵਿਧਾਨ ਸਭਾ ਸਪੀਕਰ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕੀਤੇ ਗਏ ਨੇ। ਇਆਲੀ ਦਾ ਕਹਿਣਾ ਹੈ ਕਿ ਜੇਕਰ ਸਪੀਕਰ ਨੂੰ ਮੁੱਖ ਮੰਨਿਆ ਜਾਂਦਾ ਹੈ ਪਰ ਸਪੀਕਰ ਹੀ ਪੱਖਪਾਤ ਕਰ ਰਹੇ ਨੇ। ਅਜਿਹੇ ਇਲਜ਼ਾਮ ਮਨਪ੍ਰੀਤ ਇਆਲੀ ਨੇ ਲਾਏ ਨੇ। ਜਿਹੜੀ ਮਰਿਆਦਾਵਾਂ ਨੇ ਜਿਹੜੀਆਂ ਉਹਨਾਂ ਦਾ ਮੈਂ ਸਮਝਿਆ ਕਿ ਇਹ ਉਲੰਘਣ ਹੋਇਆ ਵਾ। ਸੋ ਜਿਹੜਾ ਸਪੀਕਰ ਹੈਗਾ ਉਹ ਜਿਹੜਾ ਉਹਨੂੰ ਮੁੱਖ ਮੰਨਿਆ ਜਾਂਦਾ ਹਾਊਸ ਦਾ ਨਾ, ਜੇ ਸਪੀਕਰ ਹੀ ਜਿਹੜੀ ਆਪਣੀ ਮਰਿਆਦਾ ਨੂੰ ਭੰਗ ਕਰੇ ਤਾਂ ਫਿਰ ਮੇਰੇ ਖਿਆਲ ਹੋਰ ਤਾਂ ਕੀ ਮਰਿਆਦਾ ਰੱਖ ਸਕਦੇ ਆ। ਸੋ ਇਸ ਲਈ ਇਹ ਹੁਣ ਤਾਂ ਸਮਾਂ ਹੀ ਬਹੁਤ ਥੋੜਾ ਰਹਿ ਗਿਆ। ਇਹ ਸਾਰਾ ਫਿਕਸ ਮੈਚ ਸੀਗਾ ਇਹਨਾਂ ਦਾ। ਸੋ ਇਸ ਲਈ ਇਹ ਚਾਹੁੰਦੇ ਨਹੀਂ ਸੀ। ਮੇਰੇ ਹਲਕੇ ਦੀ ਹੋਈ ਆ ਚੋਣ, ਇੱਕੋ ਇਸਤੀਫਾ ਪ੍ਰਵਾਨ ਹੋਇਆ ਫੁਲਕਾ ਸਾਹਿਬ ਦਾ। ਉਹ ਅਸੀਂ ਚੋਣ ਲੜੀ ਆ ਤੇ ਜਿੱਤ ਕੇ ਇੱਥੇ ਆਏ ਆ। ਸੋ ਇਹਨਾਂ ਨੇ ਤਾਂ ਸਿਰਫ ਉਹ ਸਾਰੀ ਡਰਾਮੇਬਾਜ਼ੀ ਸੀ, ਅੰਦਰੋਂ ਮਿਲੀ ਭੁਗਸੀ ਦੇ ਲੈ ਕੇ ਸਾਰੇ ਜਿਹੜੇ ਮਸਲੇ ਨੇ ਇਹ ਹੋਏ ਸੀਗੇ ਤੇ ਹਜੇ ਤੱਕ ਕੋਈ ਇਸਤੀਫਾ ਪ੍ਰਵਾਨ ਨਹੀਂ ਹੋ ਸਕਿਆ। ਜਿਹੜੇ 3 ਕਾਨੂੰਨ ਪਾਸ ਕੀਤੇ ਗਏ ਨੇ ਉਹ ਬਹੁਤ ਵੱਡੀ ਇੱਕ ਧੱਕੇਸ਼ਾਹੀ ਆ। ਮੈਂ ਇੱਕ ਆਪ ਕਿਸਾਨ ਹੋਣ ਦੇ ਨਾਤੇ ਪਹਿਲੇ ਦਿਨ ਤੋਂ ਅਸੀਂ ਇਹਦਾ ਵਿਰੋਧ ਕਰ ਰਹੇ ਹਾਂ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਬਹੁਤ ਵਧੀਆ ਫੈਸਲਾ ਲਿਆ ਗਿਆ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਜੀ ਵੱਲੋਂ ਅਸਤੀਫਾ ਵੀ ਦਿੱਤਾ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਅੰਦੋਲਨ ਨੂੰ ਕਾਮਯਾਬ ਕਰਨ ਦੇ ਲਈ ਜਦੋਂ ਤੱਕ ਇਹ ਮੰਗਾਂ ਸਾਡੀਆਂ ਕਿਸਾਨਾਂ ਦੇ ਪਰਿਵਾਰ ਨਹੀਂ ਹੁੰਦੀਆਂ ਅਸੀਂ ਹਰ ਤਰ੍ਹਾਂ ਦਾ ਸਾਥ ਹੈ ਜਿਹੜਾ ਕਿਸਾਨਾਂ ਦੇਵਾਂਗੇ। ਉੱਤਰ ਪੰਜਾਬ ਦੀ ਸਿਆਸਤ ਦੇ ਵਿੱਚ ਜਿਸ ਤਰ੍ਹਾਂ ਪਿਛਲੇ ਦਿਨੀ ਪ੍ਰਸ਼ਾਂਤ ਕਿਸ਼ੋਰ ਦੀ ਐਂਟਰੀ ਕਰਵਾਈ ਗਈ ਹੈ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ, ਉਸ ਐਂਟਰੀ ਦੇ ਉੱਤੇ ਵੀ ਆਮ ਆਦਮੀ ਪਾਰਟੀ ਨਿਰਾਸ਼ ਨਜ਼ਰ ਆ ਰਹੀ ਹੈ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਖਾਸ ਤੌਰ ਦੇ ਉੱਤੇ ਪ੍ਰਸ਼ਾਂਤ ਕਿਸ਼ੋਰ ਦੇ ਵੱਲੋਂ ਜਿਹੋ ਜਿਹੇ ਵਾਅਦੇ ਪਿਛਲੀਆਂ 2017 ਦੀਆਂ ਵਿਧਾਨ ਸਭਾ ਤੋਂ ਪਹਿਲਾਂ ਕਰਵਾਏ ਗਏ ਸੀ ਉਹਨਾਂ ਵਾਅਦਿਆਂ 'ਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ। ਭਾਵ ਕਿ ਇਸ ਤਰ੍ਹਾਂ ਪ੍ਰਸ਼ਾਂਤ ਕਿਸ਼ੋਰ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਇਸ ਕਰਕੇ ਪ੍ਰਸ਼ਾਂਤ ਕਿਸ਼ੋਰ ਨੂੰ ਅਜਿਹਾ ਕੈਬਨਿਟ ਰੈਂਕ ਨਹੀਂ ਸੀ ਮਿਲਣਾ ਚਾਹੀਦਾ। ਅਜਿਹਾ ਕਹਿਣਾ ਹੈ ਕੁਲਤਾਰ ਸਿੰਘ ਸੰਧਵਾ ਦਾ ਜੋ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ। ਐਕਸਪਰਟ ਲਿਆਂਦਾ ਵੀ ਜਿਹੜਾ ਸਾਡੇ ਕੈਂਸਰ ਦੇ ਮਰੀਜ਼ਾਂ ਨੂੰ ਇਲਾਜ ਦਵਾ ਸਕੇ, ਸਾਡਾ ਫਾਈਨੈਂਸ਼ੀਅਲ ਐਕਸਪਰਟ ਜਿਹੜਾ ਪੰਜਾਬ ਦਾ ਕਰਜ਼ਾ ਘਟਾ ਸਕੇ, ਕੋਈ এনवायरमेंटਲ ਐਕਸਪਰਟ ਜਿਹੜਾ ਸਾਡਾ ਜਿਹੜਾ ਬੁੱਢਾ ਨਾਲਾ ਖਰਾਬ ਹੋ ਰਿਹਾ ਉਹਦੇ ਲਈ ਠੀਕ ਕਰ ਸਕੇ, ਕੋਈ ਇਹਨਾਂ ਨੇ ਕੰਮ ਨਹੀਂ ਕੀਤਾ। ਇਹ ਪ੍ਰੈਸ ਕਾਨਫਰੰਸ ਦੇ ਵਿੱਚ ਅਸੀਂ ਦੱਸ ਕੇ ਆਏ ਹਾਂ। ਸਾਡੀ ਕਾਰਵਾਈ ਗੱਲ ਇਹ ਸੱਥ ਤੋਂ ਲੈ ਕੇ ਸੰਸਦ ਤੱਕ ਭਾਵੇਂ ਵਿਧਾਨ ਸਭਾ ਹਰੇਕ ਥਾਂ ਤੱਕ ਜਾ ਕੇ ਅਸੀਂ ਆਪਦਾ ਜੋ ਵਿਰੋਧੀ ਧਿਰ ਦਾ ਕੰਮ ਹੈ ਅਸੀਂ ਇਹਨਾਂ ਮੁੱਦਿਆਂ ਨੂੰ ਚੱਕਾਂਗੇ ਔਰ ਪੰਜਾਬ ਦੇ ਨਾਲ ਧੋਖਾ ਹੀ ਕੀਤਾ ਹੁਣ ਤਾਈਂ। ਬਿਲਕੁਲ ਅਸੀਂ ਤਾਂ ਗੱਲ ਕਰਨੀ ਖੇਤੀਬਾੜੀ ਦੇ ਜਿਹੜੇ 3 ਕਾਲੇ ਕਾਨੂੰਨ ਆ ਤੇ ਕੈਪਟਨ ਅਮਰਿੰਦਰ ਸਿੰਘ ਨੇ ਖੁੱਲ੍ਹ ਕੇ ਪੰਜਾਬੀਆਂ ਦੀ ਬਾਂਹ ਹੀ ਨਹੀਂ ਫੜੀ, ਸਾਡੇ ਦੇਸ਼ ਦੇ ਕਿਸਾਨਾਂ ਦੀ ਬਾਂਹ ਹੀ ਨਹੀਂ ਫੜੀ। ਉਹ ਤਵੱਕੋ ਕਰਦੇ ਸੀ ਕਿਉਂਕਿ ਆਪੋਜੀਸ਼ਨ ਦੇ ਮੁੱਖ ਮੰਤਰੀ ਆ, ਤਵੱਕੋ ਕਰਦੇ ਸੀ ਇਹਨਾਂ ਦਾ ਧਰਮ ਵੀ ਬਣਦਾ ਸੀ ਲੇਕਿਨ ਇਹਨਾਂ ਨੇ ਆਪਦਾ ਧਰਮ ਕੋਈ ਨਹੀਂ ਨਿਭਾਇਆ। ਕੱਲ ਦਿਨ ਸੀਗਾ ਪੰਜਾਬ ਦੀ ਵਿਧਾਨ ਸਭਾ ਦਾ ਪਹਿਲਾ ਵਿਚਰਿਤ ਦਾ ਸੀਗਾ ਔਰ ਜਿੰਨੇ ਵੀ ਪੰਜਾਬ ਦੇ ਭਖਦੇ ਮਸਲੇ ਨੇ ਉਹ ਭਾਵੇਂ ਮਾਈਨਿੰਗ ਦਾ ਹੋਵੇ, ਭਾਵੇਂ ਸ਼ਰਾਬ ਦੇ ਕਾਰੋਬਾਰ ਦਾ ਹੋਵੇ, ਭਾਵੇਂ ਬੱਚਿਆਂ ਦੇ ਬੇਰੁਜ਼ਗਾਰੀ ਦਾ ਹੋਵੇ,
ਭਾਵੇਂ ਐਸੀ ਸਕਾਲਰਸ਼ਿਪ ਦਾ ਹੋਵੇ ਤੇ ਹੋਰ ਸਾਡੇ ਇਨਫਰਾਸਟ੍ਰਕਚਰ ਦੇ ਆ, ਇੰਪਲੋਇਮੈਂਟ ਦੇ ਆ, ਹੈਲਥ ਦੇ ਆ, ਐਜੂਕੇਸ਼ਨ ਦੇ ਆ, ਜਿੰਨੇ ਵੀ ਨੇ ਸਾਡੇ ਸਾਰਿਆਂ ਦੇ ਕੁਐਸਚਨ ਲੱਗੇ ਹੋਏ ਨੇ। ਲਗਭਗ 45-47 ਕੁਐਸਚਨ ਜਿਹੜੇ ਨੇ ਉਹ ਮੈਂ ਆਪਣੇ ਵੱਲੋਂ ਇਕੱਲੇ ਨੇ ਪੰਜਾਬ ਦੀ ਵਿਧਾਨ ਸਭਾ 'ਚ ਇਸ ਵਾਰ ਰੱਖੇ ਨੇ ਕਿ ਉਹਨਾਂ ਦੇ ਜਿਹੜੇ ਆ ਕੋਈ ਮੰਤਰੀ ਸਾਹਿਬ ਤੋਂ ਪੁੱਛਾਂਗੇ ਵੀ ਕਿ ਭਾਈ ਤੁਸੀਂ ਆਯੁਸ਼ਮਾਨ ਯੋਜਨਾ ਦੇ ਵਿੱਚ ਬਹੁਤ ਵੱਡੀਆਂ ਡੀਂਗਾਂ ਤੋਂ ਮਾਰਦੇ ਹੋ, ਪਰ ਇਹਦਾ ਜਿਹੜਾ ਇਲਾਜ ਆ ਉਹ ਕਿਹੜੇ ਹਸਪਤਾਲ ਵਿੱਚ ਹੁੰਦਾ? ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਲਈ ਨਾ ਹੀ, ਫਿਰ ਮੁੜ ਹਾਜ਼ਰ ਹੁੰਦੇ ਆ ਨਵੀਆਂ ਤੇ ਤਾਜ਼ਾ ਅਪਡੇਟਸ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।